ਦੱਖਣੀ ਓਂਕਾਰ ਬਾਣੀ ਵਿੱਚ ਗੁਰੂ ਨਾਨਕ ਸਾਹਿਬ ਜੀ ਨੇ ਓਂਕਾਰ ਇਸ ਅਕਾਲ ਪੁਰਖ ਵਾਹਿਗੁਰੂ ਬਾਰੇ ਦੱਸਿਆ ਹੈ ਕਿ ਇਹ ਕਰਤਾ ਪੁਰਖ ਕਰਤਾਰ ਹੈ। ਇਸੇ ਓਂਕਾਰ ਦੀ ਹੀ ਸਿਫਤ ਕੀਤੀ ਹੈ ਕਿ ਇਹ ਕਰਤਾ ਪੁਰਖ ਕਰਤਾਰ ਹੈ। ਅਜਿਹਾ ਹੀ ਇਸ 52 ਅੱਖਰੀ ਬਾਣੀ ਵਿੱਚ ਸਾਹਿਬ ਸ੍ਰੀ ਗੁਰੂ ਅਰਜਨ ਪਾਤਸ਼ਾਹ ਜੀ ਨੇ ਸ਼ੁਰੂ ਹੀ ਇਸ ਓਂਕਾਰ ਨਾਲ ਬਾਣੀ ਕੀਤੀ ਹੈ। ਓਂਕਾਰ ਸਭ ਸ੍ਰਿਸ਼ਟ ਪਾਈ ਭਈ ਇਸ ਓਂਕਾਰ ਤੋਂ ਹੀ ਸਭ ਸ੍ਰਿਸ਼ਟੀ ਦੀ ਉਤਪਤੀ ਹੋਈ ਹੈ। ਬਨਾਰਸ ਵਿੱਚ ਪਾਂਧੇ ਵੱਲੋਂ ਪੱਟੀ ਉੱਪਰ ਓਨਮ ਅੱਖਰ ਲਿਖੇ ਹੋਣ ਤੇ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਦੱਸਿਆ ਪਾਂਧੇ ਨੂੰ ਕਿ ਆ ਪਾਂਧੇ ਓਂਕਾਰ ਤੋਂ ਆਰੰਭ ਕਰਦੇ ਹਨ। ਓਂਕਾਰ ਤੋਂ ਆਰੰਭ ਕਰਦੇ ਹਨ ਕਿ ਓਂਕਾਰ ਕਾਲ ਪੁਰਖ ਔਰ ਸ੍ਰੇਸ਼ਟ ਸਤਿਗੁਰ ਨੂੰ ਸਾਡੀ ਨਮਸਕਾਰ ਹੈ। ਸ੍ਰੇਸ਼ਟ ਸਤਿਗੁਰ ਨੂੰ ਸਾਡੀ ਨਮਸਕਾਰ ਹੈ। ਤੇ ਸਤਿਗੁਰ ਕਿਹਾ ਹੈ ਆਦ ਮਦ ਤੇ ਅੰਤ ਤਿੰਨਾਂ ਕਾਲਾਂ ਵਿਖੇ ਇਹ ਨਿਰੰਕਾਰ ਸਤ ਸਰੂਪ ਹੈ। ਆਦ ਮਦ ਤੇ ਅੰਤ ਕਿਸੇ ਚੀਜ਼ ਦਾ ਸ਼ੁਰੂ ਹੁੰਦਾ ਹੈ। ਬੇਸ਼ੱਕ ਉਹ ਕਿਤੋਂ ਕਦੀ ਸ਼ੁਰੂ ਹੋਇਆ ਹੀ ਉਹ ਬੀਤ ਗਿਆ ਕਾਲ ਹੈ। ਮਦ ਹੈ ਪ੍ਰੈਜ਼ੈਂਟ ਕਹਿ ਲਓ ਘਰ ਜਿਹੜਾ ਚੱਲ ਰਿਹਾ ਤੇ ਅੰਤ ਜਿਹੜਾ ਆਉਣ ਵਾਲਾ ਹੈ ਵੇਖ। ਆਦ ਮਦ ਤੇ ਅੰਤ ਤਿੰਨਾਂ ਕਾਲਾਂ ਵਿਖੇ ਇਹ ਨਿਰੰਕਾਰ ਸਤ ਸਰੂਪ ਹੈ। ਇਸੇ ਤਰ੍ਹਾਂ ਹੀ ਰਹੇਗਾ। ਸੀਗਾ ਵੀ ਹੈ ਤੇ ਰਹੇਗਾ। ਇਸ ਇੱਕ ਦੇ ਦਰਸ਼ਨ ਕਰਕੇ ਦੇਖ ਲਓ ਇਹੋ ਹੀ ਇੱਕ ਰਹੇਗਾ ਔਰ ਹਰ ਚੀਜ਼ ਜਿਹੜੀ ਹੈ ਇਸ ਦੁਨੀਆ ਤੋਂ ਨਾਸ ਪਾਣਾ ਹੈ। ਆਪ ਹੀ ਇਹ ਨਿਰੰਕਾਰ ਸੁਨ ਸਰੂਪ ਹੈ ਨਾ। ਸੁਨ ਸਮਾਧੀ ਲਈ ਬੈਠਾ ਸੁਨ ਸਰੂਪ ਸੁਨ ਪਰਮਾਤਮਾ ਜਦ ਕਿ ਇਹ ਨਿਰਗੁਣ ਸਰੂਪ ਹੈ ਵੀ ਸੁਣਨਾ ਤੇ ਸਭ ਗੁਣ ਆਦਮੀ ਨੂੰ ਨਜ਼ਰ ਨਹੀਂ ਆ ਰਿਹਾ। ਮੁਖ ਆਸਨ ਪਾਵਨੰਦ ਦੇ ਆਸਨ ਤੇ ਬੈਠਾ ਹੈ। ਆਪ ਹੀ ਯਸ ਵਾਲਾ ਹੈ। ਆਪ ਹੀ ਜਸ ਨੂੰ ਸੁਣਦਾ ਹੈ। ਜਿਸਨੇ ਆਪਣੇ ਆਪ ਨੂੰ ਆਪ ਹੀ ਪੈਦਾ ਕੀਤਾ ਹੈ। ਆਪ ਹੀ ਪਿਤਾ ਹੈ। ਆਪ ਹੀ ਮਾਤਾ ਹੈ। ਆਪ ਹੀ ਸੂਖਮ ਹੈ। ਆਪ ਹੀ ਸਥੂਲ ਹੈ। ਇਹ ਨਾਨਕ ਇਸ ਸਿੱਖ ਦੀ ਲੀਲਾ ਲਖੀ ਨਹੀਂ ਜਾਂਦੀ। ਇਸ ਸਿੱਖ ਦੀ ਲੀਲਾ ਲਖੀ ਨਹੀਂ ਜਾਂਦੀ। ਕਰ ਕਿਰਪਾ ਪ੍ਰਭ ਦੀਨ ਦਿਆਲਾ ਤੇਰੇ ਸੰਤਨ ਕੀ ਮਨ ਵੇਲ ਵਾਲਾ। ਇਹ ਦੀਨ ਦਿਆਲ ਪ੍ਰਭੂ ਕਿਰਪਾ ਕਰ ਜੋ ਮੇਰਾ ਮਨ ਤੇਰੇ ਸੰਤਾਂ ਦੀ ਚਰਨ ਧੂੜ ਬਣੇ। ਦੇਖੋ ਸਾਹਿਬ ਕਹਿ ਰਹੇ ਨੇ ਕਿ ਦੀਨ ਦਿਆਲ ਪ੍ਰਭੂ ਕਿਰਪਾ ਕਰ ਜੋ ਮੇਰਾ ਮਨ ਤੇਰੇ ਸੰਤਾਂ ਦੀ ਚਰਨ ਧੂੜ ਬਣੀ ਰਹੇ। ਇਸ ਪ੍ਰਭੂ ਪਰਮੇਸ਼ਰ ਪਰਮਾਤਮਾ ਦੇ ਚਰਨਾਂ ਦੀ ਧੂੜ ਬਣੀ ਰਹੇ ਬਣ ਕੇ ਦੇਖੋ। तो ਅੱਗੇ ਸ਼ਲੋਕ ਆ ਗਿਆ ਫਿਰ ਕਿ निरंकाराकार आप निर्गुण सरगुण एक। निरंकाराकार आप निर्गुण सरगुण एक। एक बखानो नानक एक अनेक। एक बखानो नानक एक अनेक। निर्गुण रूप करके आप ही निरंकार है निराकार है ते सरगुण रूप होने करके आप ही आकार वाला है। ये आकार च देखना सरगुण रूप स्थूल रूप च देखना तो दास इसके दर्शन कराए थे। आप जी बाणी करा रही है दास कौन करवाऊंगा। दास ते इस बाणी दे बिहाते आप जी दर्शन करा रहा है। दास ते साध संगत दे चरना दी धूड़ है। ये अकाल पुरख आप ही निराकार है ते आप ही आकार वाला है। इस दे आकार दे दर्शन करने हैं तो गुरु बैठ सत्संग करो। ਅੱਜ ਤੱਕ ਇਹੋ ਹੀ ਮੁਤਾਲਕਾ ਬਣਿਆ ਹੋਇਆ ਹੈ। ਇਸ ਕਰਕੇ ਅਸੀਂ ਘੌਲ ਮਾਰ ਛੱਡਦੇ ਹਾਂ ਕਿ ਸਾਨੂੰ ਸਾਡੇ ਪਿਓ ਦਾ ਕਿਹੜਾ ਪਤਾ ਹੈਗਾ। ਜਦ ਤੱਕ ਜਿਸ ਬੱਚੇ ਨੂੰ ਆਪਣੇ ਪਿਓ ਦਾ ਨਾ ਪਤਾ ਹੋਏ तो आप दुनिया वाले वो आप जी समझिए फिर वो की अखवांदे साडी भी वही अवस्था है। ये आप ही निर्गुण है ते आप ही सरगुण है। ये एक नू एक ही करके वर्णन करीदा है। इस एक नू एक ही करके वर्णन करीदा है। देख लो एक है ना कोई इस सृष्टि विच विचरिया है। तो नानक साहब दी बाणी है कि हे नानक ये एक ही अनेक हो रहा है। देखो इस एक दी एकता विच अनेकता है कि हर जगह ते एक ही एक बखानो नानक एक अनेक दी एकता विच अनेकता है। ये समा दोबारा नहीं मिलना। सानू इस एक दे दर्शन कर लेने चाहिए हैं। ये भी कोई वक्त वेला हुंदा है।
ਗੁਰਮੁਖੋ ਪਿਆਰਿਓ, ਇਸ ਇੱਕ ਦੇ ਦਰਸ਼ਨ ਕਰ ਲਓ, ਟਾਈਮ ਕੱਢ ਲਓ, ਇਹਦੇ ਵੱਲ ਪੂਰਾ ਪੂਰਾ ਧਿਆਨ ਦੇ ਲਓ। तो अगे चलो ये श्लोक चल रहा सी, अगे पौड़ी में फरमारे ने कि ओंकार गुरमुख कियो आकारा, ओंकार गुरमुख कियो आकारा, एक सूत प्रवण हारा, भिन्न भिन्न त्रै गुण विस्तार, निर्गुण तू सरगुण दृष्टार, दृष्टार सगल बात कर करे उपायो, सगल बात कर करे उपायो, जन्म मरण मन मोह बढ़ायो, दूह बात ते आप निरारा, दोवां बातां तू आप निरारा, दो बात ते आप निरारा, नानक अंतना पारा वारा। ओंकार अकाल पुरख वाहिगुरू, निरारा निरारा, पारावार पार उरार। ये ओंकार द्वारा इस ओंकार की कथनी का कथन करते हैं कि ये ओंकार ने जो बहुत ज्यादा पूजन योग है ते सब तो उत्तम श्रेष्ठ है, ने आकार रचिया है, वही यही सारे जगत नूं एक तार विच परोण वाला। देखो इसने पूरे जगत नूं, पूरी सृष्टि नूं एक तार विच परोया कि नहीं परोया, इस तो बाहर है कोई? गौर फरमाओ, पूरा अंतर ध्यान होकर देख लो। जे तुसी किते भी बैठे हो, ਤੁਹਾਡੇ ਬੱਚੇ ਕਿਤੇ ਬੈਠੇ ਨੇ ਜਾਂ ਤੁਸੀਂ ਕਿਤੇ ਸਤਸੰਗ ਸੁਣਨ ਆਏ ਹੋ, ਘਰ ਵੇਖ ਲਓ, ਘਰ ਵੀ ਇਹੋ ਹੀ ਹੈ, ਜਿੱਥੇ ਬੈਠੇ ਹੋ ਉੱਥੇ ਵੀ ਇਹੋ ਹੀ ਹੈ। ਤੁਹਾਡੇ ਅਗਰ ਬੱਚੇ ਅਬਰੋਡ ਬਾਹਰ ਦੇ ਕੰਟਰੀਆਂ 'ਚ ਬੈਠੇ ਹਨ, ਉੱਥੇ ਵੀ ਇਹੋ ਹੀ ਹੈ ਨਾ। ਪੂਰੀ ਸ੍ਰਿਸ਼ਟੀ ਵਿੱਚ ਜਲ ਥਲ ਆਕਾਸ਼, ਪੂਰੀ ਤਰਲੋਕੀ ਵਿੱਚ ਇਹੀ ਵਿਚਰਿਆ ਹੈ। निर्गुण तू सरगुण इस तरह दिखलाया है कि माया रच के उसने त्रै गुणों का विस्तार कर दिता। निर्गुण तू सरगुण इस तरह दिखलाया है कि इसने त्रै गुणों का विस्तार कर दिता, इस तरह रची हुई सृष्टि विच भिन्नता पैदा कर दी। भिन्नता भिन्न भिन्न तरह दियां जुनियां बनातियां, अंदर जेड़ सित जुत पद। इस रचना नूं इसने सारे भांतां विच कर करके भाव वंड वंड के ही रचिया। रचना विच मन वाले जीव भी पैदा कर दिते, इन्हां विच मन का मोह पसार दिता। सो मोह की फांसी करके जन्म मरण हो गया। पर दोवां भांतां तू आप फिर न्यारा, ना ये मरदा ना ये जमदा, दोनों भांतां तू आप न्यारा कि नहीं। तो हे नानक, उसदे पार और आर दा कोई अंत नहीं, इसदे पार और आर दा कोई अंत नहीं। कोई देख के अंत पा के देख ले, पांदा पांदा इस दुनिया तो चले जाएगा, ਇਹਦਾ अंत नहीं कोई पा सकता। ਹੁਣ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ, ਪਹਿਲਾ ਸ਼ਲੋਕ ਫਿਰ ਪੌੜੀ, ਪਹਿਲਾ ਸ਼ਲੋਕ ਫਿਰ ਪੌੜੀ, मतलब ਇਹ ਸਿਲਸਿਲਾ ਹੀ ਇਸ ਬਾਣੀ 'ਚ ਚੱਲਦਾ ਰਹੇਗਾ। ਪਹਿਲਾ ਸ਼ਲੋਕ ਫਿਰ ਪੌੜੀ, ਹਰੇਕ ਅੱਖਰ ਦੁਆਰਾ ਉਪਦੇਸ਼ ਕਰ ਰਹੇ ਹਨ ਕਿ ਇਹ ਅੱਖਰ ਪੰਜਾਬੀ ਦੀ 35 ਭਾਵ ਗੁਰਮੁਖੀ ਵਾਲੇ ਹਨ, ਨਾ ਕਿ ਸੰਸਕ੍ਰਿਤ ਵਾਲੇ, क्योंकि बाणी गुरमुखी विच है। तो श्लोक है कि सेई सा भगवंत सह सच संपे हर रास, नानक सचमुच पाइए तह संतन के पास। गुरु साहब फरमा रहे हैं, गुरु साहब कह रहे हैं कि वो ही सा है, वो ही सा हैं, वो ही भागा वाले हैं जिन्हां पास दोहां भांतां तों न्यारे हरि परमेश्वर दे नाम रूपी रास है। इस ओंकार सब स्वरूप परमात्मा जो दोना ना मरण च ना जन्म लैन च, दोना तू ही न्यारे परमेश्वर दे नाम रूपी रास है ते सच रूपी दौलत है। ये सच जिन्हां ने सच नूं पा लिया है, सच रूपी दौलत जिन्हां दे कोल है, उन्हां नूं घबराउण दी की लोड़ है। हे नानक, इन्हां भागां वाले संतां पासों सच ते सुच पवित्रता की दौलत प्राप्त करी दी है। इन्हां भागां वाले संतां पासों जो इसका नाम ध्यानदे हन, इन्हां कोलों सच ते सुच पवित्रता की दौलत प्राप्त करी दी है। तो पौड़ी है कि सस्सा सत 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 सोऊ,
सतपुरख दे भिन्न ना कोऊ, सो मरण परे जय पायम। सो मरण शरण परे जय पायम, सिमर सिमर गुण गाय सुनायम। सस्से भरम नहीं कुछ व्यापत, प्रगट प्रताप ताऊ को जापत। सो साधुए पहुंचन हारा, नानक ताके सतबलहारा। सस्से द्वारा उपदेश है कि प्रभु सत है, सत है, सत है। बाणी विच वेखो, इस पौड़ी विच 3 वारी सत 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 क्या कि प्रभु सत है, सत है, सत है। इस सत स्वरूप अकाल पुरख तो न्यारा ता कोई है ही नहीं। इस तो न्यारा कोई है? देखो, देख लो भाई, गुरु प्यारी साध संगत, इसमें देखो, इसके दर्शन करो, तो फिर देखो कि इस सत स्वरूप अकाल पुरख तो न्यारा ता कोई है ही नहीं। पर इस दी सरनी ਉਹ ਪੈਂਦਾ ਹੈ ਜਿਸ ਨੂੰ ਇਹ ਆਪ ਤੋਂ ਆਉਂਦਾ ਹੈ, ਆਪ ਤੋਂ ਆਉਂਦਾ ਹੈ। ਇਸ ਦੀ ਸਰਨੀ, ਇਸ ਦੀ ਸਮਝ ਉਹਨੂੰ ਹੀ ਆਉਂਦੀ ਹੈ ਜਿਹਦੇ ਤੇ ਆਪਣੀ ਕਿਰਪਾ ਕਰ ਦਿੰਦਾ ਹੈ। ਫਿਰ ਇਹ ਮਨ ਨਾਲ ਸਿਮਰ ਕੇ ਤੇ ਰਸਨਾ ਨਾਲ ਸਤਪੁਰਖ ਦੇ ਗੁਣ ਗਾ ਕੇ ਸੁਣਾਉਂਦਾ ਹੈ। ਫਿਰ ਇਹ ਮਨ ਨਾਲ ਸਿਮਰ ਕੇ ਜੋ ਭਗਤ ਇਹਨੂੰ ਸਿਮਰਦੇ ਹਨ, ਮਨ ਨਾਲ ਸਿਮਰਦੇ ਹਨ, ਮਨ ਲਗਾ ਕੇ ਸਿਮਰਦੇ ਹਨ, ਸਿਮਰ ਕੇ ਤੇ ਰਸਨਾ ਨਾਲ ਸਤਪੁਰਖ ਦੇ ਇਸ ਇੱਕ ਓੰਕਾਰ ਅਕਾਲ ਪੁਰਖ ਵਾਹਿਗੁਰੂ ਦੇ ਗੁਣ ਗਾਉਂਦਾ ਹੈ, ਸੁਣਾਉਂਦਾ ਹੈ। ਹੁਣ ਉਸ ਨੂੰ ਸੰਸਾ ਤੇ ਭਰਮ ਕੁਝ ਨਹੀਂ ਵਿਆਪਦਾ, ਕੋਈ ਸੰਸਾ ਤੇ ਭਰਮ ਨਹੀਂ ਰਹਿੰਦਾ ਹੈਗਾ ਇਸ ਇੱਕ ਬਾਰੇ। ਤੇ ਹੋਰ ਵੀ ਕਿਉਂਕਿ ਇਸ ਸਤਪੁਰਸ਼ ਦਾ ਪ੍ਰਤਾਪ ਉਸ ਨੂੰ ਪ੍ਰਤੱਖ ਪਿਆ ਜਾਪਦਾ ਹੈ ਕਿ ਇਸ ਦਾ ਹੀ ਪ੍ਰਤਾਪ ਫੈਲਿਆ ਹੋਇਆ। ਇਸ ਸਤਪੁਰਸ਼ ਦਾ ਪ੍ਰਤਾਪ ਉਸ ਨੂੰ ਪ੍ਰਤੱਖ ਪਿਆ ਜਾਪਦਾ ਹੈ ਕਿ ਇਸ ਇੱਕ ਦਾ ਹੀ ਸਭ ਜਗ੍ਹਾ ਪ੍ਰਤਾਪ ਫੈਲਿਆ ਹੋਇਆ ਹੈ। ਉਹ ਸਾਧੂ ਹੈ, ਉਹ ਇਸ ਸਤ ਸਰੂਪ ਨੂੰ ਪਹੁੰਚਾਉਣ ਵਾਲਾ ਹੋਇਆ ਹੈ। ਨਾਨਕ ਉਸ ਤੋਂ ਸਦਾ ਔਰ ਸਦੀਵ ਬਲਿਹਾਰੀ ਹਾਂ। देखो 5वीं पातशाही के नाम नखार के गल कर रहे ने। तो अगे श्लोक है, तन तन कहाँ पुकारते माया मोह सब कूर। तन तन कहाँ पुकारते माया मोह सब कूर, नाम बिहाने नानका कोत जात सब धूर। ऐसे संत तन हन जो पुकार के कह रहे हैं और चंगी तरह जानते हैं कि माया दे मोह सब कूड़ हन, झूठ है, झूठे हन। ते नाम बिहाने जीव, नाम तो वांझे लोग सब मिट्टी विचों उठदे हन, मिट्टी च ही मिस जांदे हन, मिट्टी ही हुंदे हन, धूड़ वांग उड़दे जांदे हन। ये गुरु नानक साहब अपनी बाणी विच फरमा रहे हैं कि नाम बिहाने नानका होत जात सब धूड़, मिट्टी दे विच ही मिलते जा रहे हैं। देख लो, जीव आंदा है ये पंच तत्व का पुतला है। एदर एयर फायर वाटर एंड अर्थ, आकाश हवा पानी अग्नि ते पृथ्वी, ये पंच तत्व का पुतला है। तो जब ये जीव दे विचों श्वास निकल जाते हैं तो ये पंजे तत्तां च विलीन हो जाते हैं। कुछ भी नहीं नजर आता, स्वाद आती है, मिट्टी फिर आ जाती है, उड़ के मिट्टी जा पैंदी है, पानी पानी च, अग्नि अग्नि च, हवा हवा च, आकाश आकाश। तो पौड़ी विच फरमा रहे हैं कि तद्दा धुर पुनीत तेरे जनुआ मतलब जन, तद्दा धुर पुनीत तेरे जनुआ, धन ते ऊजै रचिया मनुआ। धन नहीं बस है, सुरग ना आस है, अप्रिय प्रीत साध रज रच है। धंधे कहाँ व्यापै ताओ, जो एक साड अन कते न जाओ। जाके ये जो प्रभ नाम, नानक साध पूर्ण भगवान।